everyone, welcome to Victor's Knowledge. This is Chinu Sharma. So ਅੱਜ ਮੈਂ ਤੁਹਾਡੇ ਨਾਲ ਇੱਕ important environment ਨਾਲ related mega revision session ਲੈ ਕੇ ਆਈ ਹਾਂ। ਜਿਹੜਾ ਇਹ session ਹੈ ਇਹਦੇ ਵਿੱਚ ਪਹਿਲਾਂ ਆਪਾਂ ਕੁਝ MCQ ਡਿਸਕਸ ਕਰਾਂਗੇ ਜਿਹਦੇ ਨਾਲ PPSC, PSSB ਜਾਂ ਫਿਰ ਚਾਹੇ ਕੋਈ ਪੰਜਾਬ ਪੁਲਿਸ ਤੋਂ ਆਉਣ ਵਾਲਾ ਪੇਪਰ ਹੋਵੇ ਤੁਹਾਨੂੰ environment ਵਿੱਚ ਬਿਲਕੁਲ ਦਿੱਕਤ ਨਾ ਆਵੇ ਕਿਉਂਕਿ end ਤੇ ਮੈਂ ਕੁਝ important concept ਵੀ ਡਿਸਕਸ ਕਰਨ ਜਾ ਰਹੀ ਹਾਂ। ਕਿਉਂਕਿ ਜੇ ਤੁਸੀਂ ਦੇਖਿਆ ਹੋਊਗਾ PPSC ਦਾ ਸਪੈਸ਼ਲੀ ਪੈਟਰਨ ਕਈ ਵਾਰੀ concept based statement based question ਜ਼ਿਆਦਾ ਦੇਖਣ ਨੂੰ ਮਿਲਦੇ ਨੇ ਸੋ ਜ਼ਰੂਰੀ ਨਹੀਂ ਕਿ ਤੁਹਾਡੀ ਸਾਰੀ ਦੀ ਸਾਰੀ environment ਪੜ੍ਹੀ ਹੋਣੀ ਚਾਹੀਦੀ ਹੈ ਜੇ ਤੁਹਾਨੂੰ ਥੋੜਾ ਬਹੁਤ ਆਈਡੀਆ ਵੀ ਹੈ ਵਰਡ ਦਾ ਤਾਂ ਤੁਸੀਂ ਉੱਤੇ ਡਿਡਕਟ ਕਰ ਸਕਦੇ ਹੋ ਐਲੀਮੀਨੇਟ ਕਰ ਸਕਦੇ ਹੋ ਆਪਸ਼ਨ ਤੇ ਤੁਹਾਡੇ ਲਈ ਈਜ਼ੀ ਹੋ ਜਾਂਦਾ ਉਸ ਤੋਂ ਬਾਅਦ ਲਾਸਟ ਤੇ ਆਪਾਂ ਡਿਸਕਸ ਕਰਾਂਗੇ ਕੁਝ ਇੰਪੋਰਟੈਂਟ ਇੰਟਰਨੈਸ਼ਨਲ ਕਨਵੈਨਸ਼ਨ ਤੇ ਪ੍ਰੋਟੋਕਾਲਸ ਦੀ ਲਿਸਟ ਉਹਨਾਂ ਦੇ ਈਅਰ ਸੋ ਨਾਓ ਲੈਟਸ ਗੈਟ ਸਟਾਰਟਡ ਸੋ ਮੈਂ ਆਲਰੇਡੀ ਤੁਹਾਡੇ ਨਾਲ ਕਾਫੀ ਵਾਰੀ ਪਹਿਲਾਂ ਵੀ ਸ਼ੇਅਰ ਕੀਤਾ ਹੈ PSSB ਲਈ ਐਕਸਾਈਜ਼ ਕਲਰਕ ਫੋਰੈਸਟ ਗਾਰਡ ਦੇ ਲਈ ਕੰਪਲੀਟ ਡੀਟੇਲਡ ਕੰਬਾਈਨਡ ਕੋਰਸ ਅਵੇਲੇਬਲ ਹੈ ਸੋ ਇਹ ਸਾਰੀਆਂ ਉਹਦੇ ਵਿੱਚ ਸਪੈਸੀਫਿਕੇਸ਼ਨਸ ਨੇ ਇਹ ਸਾਰੇ ਟੌਪਿਕ ਦੇ ਵੀਡੀਓ ਲੈਕਚਰ ਮਿਲ ਰਹੇ ਨੇ ਨੋਟਸ ਮਿਲ ਰਹੇ ਨੇ ਕੰਪਲੀਟ ਸਿਲੇਬਸ ਤੇ ਮੌਕ ਟੈਸਟ ਕਰੰਟ ਅਫੇਅਰ ਨਾਲ ਹੀ ਜੇ ਤੁਸੀਂ ਕੋਆਪਰੇਟਿਵ ਇੰਸਪੈਕਟਰ ਦੇ ਕੱਲੇ ਨੋਟਸ ਲੈਣਾ ਚਾਹੁੰਦੇ ਹੋ ਵਿਦ ਮੌਕ ਟੈਸਟ ਤੇ ਕਰੰਟ ਅਫੇਅਰ ਉਹ ਵੀ ਲੈ ਸਕਦੇ ਹੋ ਬਾਕੀ ਜੇ ਤੁਹਾਡੀ ਕੋਈ ਹੋਰ ਕੁਐਰੀ ਹੈ ਕਿਸੇ ਵੀ ਕੋਰਸ ਨੂੰ ਲੈ ਕੇ ਨੋਟਸ ਨੂੰ ਮੌਕ ਟੈਸਟ ਨੂੰ ਤਾਂ ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ on legalvictor02896@gmail.com So starting with first question, microplastic are plastic less than 5 centimeter in diameter. दूसरी statement कह रही है primary microplastics are formed from breakdown of larger plastics such as water bottle. ये दोनों statement ही गलत ने right answer है option D neither one nor two. So उरे जेड़ा centimeter लिखिया ਇਹਦੀ ਬਜਾਏ ਉਰੇ ਆਣਾ ਚਾਹੀਦਾ ਹੈ ਮਿਲੀਮੀਟਰ ਸੋ ਇੰਨਾ ਜ਼ਿਆਦਾ ਛੋਟਾ ਸਾਈਜ਼ ਹੁੰਦਾ ਹੈ ਅਗਲਾ क्वेश्चन है वर्ल्ड एनर्जी ट्रांजिशन लुक केडी ऑर्गेनाइजेशन पब्लिश करती है दिस इज वेरी इंपॉर्टेंट सो दिस इंपॉर्टेंट रिपोर्ट is published by International Renewable Energy Agency option C. Consider the following statement with reference to Narmada River. Narmada River ਦੇ ਨਾਲ related ਤਿੰਨ statement ਹੈ ਪਹਿਲੀ statement ਕਹਿ ਰਹੀ ਹੈ पेनिनसुलर रीजन ਦੀ ਸਭ ਤੋਂ ਵੱਡੀ largest west flowing river है नर्मदा ये स्टेटमेंट सही है दूसरी स्टेटमेंट कह रही है इट फ्लो थ्रू रिफ्ट वैली ये गलत है सतपुरा दी नॉर्थ ते विंध्यन दी साउथ दिस इज रॉन्ग तीसरी स्टेटमेंट सरदार सरोवर डैम मेजर हाइड्रो पावर प्रोजेक्ट है नर्मदा उत्ते ये एज सच क्वेश्चन भी बहुत वारी पेपर च आया है कि सरदार सरोवर डैम दा जिहड़ा हाइड्रो पावर प्रोजेक्ट है किहड़ी रिवर उत्ते है सो तुसी याद रखना है नर्मदा सो इस क्वेश्चन का सही उत्तर बन जाता है ऑप्शन सी 1 and 3 only. Next step with reference to Magar crocodile. Consider the following statement. ਇਹਦੇ ਨਾਲ related ਸਿਰਫ ਪਹਿਲੀ statement ਠੀਕ ਹੈ ਕਿ mainly ਇਹ Indian subcontinent ਵਿੱਚ restricted ਹੈ second ਤੇ third statement ਗਲਤ ਹੈ ਜੇ ਆਪਾਂ IUCN list ਦੀ ਗੱਲ ਕਰਦੇ ਹਾਂ then ਇਹ vulnerable category ਚ ਆਉਂਦੇ ਨੇ risk ਦੀ category ਵਿੱਚ ਇਸ type ਦੇ question specially PPSC ਦੇ ਪੇਪਰਾਂ ਲਈ ਬਹੁਤ important ਹੈ Consider the following statement regarding United Nations Climate Change Conference COP26 ਜਿਹੜੀ ਇਹ ਕਾਨਫਰੰਸ ਹੈ ਇਹਨੂੰ ਲੈ ਕੇ ਸਿਰਫ ਸੈਕੰਡ ਸਟੇਟਮੈਂਟ ਸਹੀ ਹੈ ਕਿ ਇੰਡੀਆ ਨੇ ਉਰੇ ਗਲੋਬਲ ਮੀਥੇਨ ਪਲੇਜ ਨੂੰ ਸਾਈਨ ਕੀਤਾ ਹੈ ਆਪਸ਼ਨ 2 Consider the following statement about the report pollution and health a progress update 에ਅਰ ਪੋਲਿਊਸ਼ਨ ਹੈ ਜਿਹੜਾ ਹਵਾ ਦਾ ਪ੍ਰਦੂਸ਼ਣ ਸਭ ਤੋਂ ਜ਼ਿਆਦਾ ਸਵੇਅਰ ਮੰਨਿਆ ਗਿਆ ਇੰਡੋ ਗੈਂਗਟਿਕ ਪਲੇਨ ਦੇ ਅੰਦਰ ਇਸ ਰਿਪੋਰਟ ਦੇ ਅਨੁਸਾਰ ਦੂਜੀ ਗੱਲ ਜਿਹੜੀ ਰਿਪੋਰਟ ਕਹਿ ਰਹੀ ਹੈ ਕਿ ਜਿਹੜਾ ਰੀਨਲ ਇੰਪਾਇਰਮੈਂਟ ਹੈ ਉਹਦਾ ਵੀ ਅਸਰ ਆਪਾਂ ਇਹੀ ਦੇਖਦੇ ਹਾਂ ਕਿ ਜਿਹੜੀ ਲੈਡ ਪੋਲਿਊਸ਼ਨ ਹੈ ਉਹਦੇ ਕਰਕੇ ਰੀਨਲ ਇੰਪਾਇਰਮੈਂਟ ਹੁੰਦੀ ਹੈ ਸੋ ਇਹ ਦੋਨੋਂ ਸਟੇਟਮੈਂਟ ਜਿਹੜੀਆਂ ਇਸ ਪੋਲਿਊਸ਼ਨ ਰਿਲੇਟਡ ਰਿਪੋਰਟ ਦੇ ਵਿੱਚ ਆਈਆਂ ਨੇ ਬਿਲਕੁਲ ਸਹੀ ਨੇ ਰਾਈਟ ਆਨਸਰ ਹੈ ਆਪਸ਼ਨ ਸੀ both 1 and 2 Next is study of living organism with environment. ਵਾਤਾਵਰਣ ਦੇ ਨਾਲ ਇਨਸਾਨਾਂ ਦਾ ਪੇੜ ਪੌਦਿਆਂ ਦਾ ਜਾਨਵਰਾਂ ਦਾ ਕੀ ਰਿਲੇਸ਼ਨ ਹੈ ਇਸ ਚੀਜ਼ ਦੀ ਪੜ੍ਹਾਈ ਨੂੰ ਕਹਿੰਦੇ ਆਪਾਂ ਇਕੋਲੋਜੀ ਆਪਸ਼ਨ ਸੀ ਪੈਡੋਲੋਜੀ ਕੀ ਹੈ ਪੈਡੋਲੋਜੀ ਹੈ ਸੋਇਲ ਦੀ ਪੜ੍ਹਾਈ ਮਿੱਟੀ ਦੀ ਪੜ੍ਹਾਈ ਆਪਸ਼ਨ ਡੀ ਇਹ ਕੁਐਸਚਨ ਵੀ ਬਹੁਤ ਵਾਰੀ ਸਟੈਟਿਕ ਜੀਕੇ ਦੇ ਅੰਦਰ ਆਇਆ ਅਗਲਾ ਕੁਐਸਚਨ mutual beneficial association necessary for survival of both partner
बहुत सारे एनिमल ने, प्लांट ने, होर ऑर्गेनिजम्स ने ਜਿਹੜੇ ਇੱਕ ਦੂਜੇ ਉੱਤੇ ਨਿਰਭਰ ਕਰਦੇ ਨੇ, ਈਵਨ ਮਾਈਕਰੋ ਆਰਗੇਨਿਜ਼ਮ ਵੀ ਨੇ, ਬੈਕਟੀਰੀਆ ਹੈ ਜ਼ਿੰਦਾ ਰਹਿਣ ਲਈ। ਸੋ ਇਸ ਰਿਲੇਸ਼ਨ ਨੂੰ ਜਿਹਦੇ ਉੱਤੇ ਇੱਕ ਆਰਗੇਨਿਜ਼ਮ ਦੂਜੇ ਉੱਤੇ ਨਿਰਭਰ ਕਰਦਾ ਹੈ, ਉਹਨੂੰ ਆਪਾਂ ਕਹਿੰਦੇ ਆ ਸਿੰਬਾਇਸਿਸ ਜਾਂ ਫਿਰ ਮੁਚੁਅਲਿਜ਼ਮ, ਆਪਸ਼ਨ ਏ। Which of the following describe the study of group of population? A चीज है साइनेकोलॉजी, ऑप्शन ए। रेड डेटा बुक किस चीज उत्ते आपां नू डेटा प्रोवाइड करती है? वेरी वेरी इंपॉर्टेंट। IUCN दे द्वारा जिहड़ी रेड डेटा बुक पब्लिश की जाती है, ਇਹਦੇ अंदर थ्रेटेंड स्पीसीज का पता चलता है, एंडेंजर्ड प्लांट्स ते एनिमल का। माइक्रो इन्वायरमेंट किस तरह का इन्वायरमेंट है? माइक्रो इन्वायरमेंट ਉਹ ਵਾਤਾਵਰਣ ਨੂੰ ਕਿਹਾ ਜਾਂਦਾ ਹੈ ਜਿਹਦੇ ਅੰਦਰ ਆਰਗੇਨਿਜ਼ਮ ਇੱਕ ਦੂਜੇ ਦੇ ਬਹੁਤ ਹੀ ক্লোਜ਼ ਰਹਿੰਦੇ ਨੇ, ਵਾਤਾਵਰਣ ਦੇ ਨਾਲ ਆਰਗੇਨਿਜ਼ਮ ਦਾ ਇੱਕ ਬਹੁਤ ਹੀ ਨੇੜੇ ਦਾ ਰਿਸ਼ਤਾ ਹੁੰਦਾ ਹੈ। ਮੈਕਰੋ ਇਨਵਾਇਰਨਮੈਂਟ ਕਿਹੜਾ? ਜਿਹੜਾ ਬਾਕੀ ਜਨਰਲ ਇਨਵਾਇਰਨਮੈਂਟ ਹੈ ਉਹਨੂੰ ਆਪਾਂ ਕਹਿ ਦਿੰਦੇ ਆ ਮੈਕਰੋ। what is so important about troposphere? ਜਿਹੜੀਆਂ ਅਲੱਗ-ਅਲੱਗ ਲੇਅਰਸ ਨੇ ਐਟਮੋਸਫੇਅਰ ਦੀਆਂ, ਉਹਨਾਂ ਦੇ ਵਿੱਚ ਜਿਹੜੀ ਫਰਸਟ ਲੇਅਰ ਹੈ ਟ੍ਰੋਪੋਸਫੀਅਰ, ਉਹਦੇ ਬਾਰੇ ਕੀ ਖਾਸ ਗੱਲ ਹੈ? ਸੋ ਖਾਸ ਗੱਲ ਇਹ ਹੈ ਕਿ ਜਿਹੜੀ ਪਾਣੀ ਦੀ ਲੇਅਰ ਹੈ ਐਟ ਔਰ ਨੀਅਰ ਅਰਥ ਸਰਫੇਸ, ਉਹ ਇਸੇ ਟ੍ਰੋਪੋਸਫੀਅਰ ਦੇ ਵਿੱਚ ਪਾਈ ਜਾਂਦੀ ਹੈ। ਓਜ਼ੋਨ ਕੀ ਹੈ? ਓਜ਼ੋਨ ਉੱਪਰ ਵਾਲੇ ਵਾਤਾਵਰਣ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈ। ਆਪਾਂ ਨੂੰ ਧਰਤੀ ਤੇ ਜੋ ਆਰਗੇਨਿਜ਼ਮ ਰਹਿੰਦੇ ਆ, ਪਲਾਂਟਸ, ਐਨੀਮਲ, ਇਹਨਾਂ ਨੂੰ ਯੂਵੀ ਰੇਜ਼ ਨੇ ਜਿਹੜੀਆਂ ਹਾਨੀਕਾਰਕ ਕਿਰਨਾਂ ਨੇ ਸੂਰਜ ਦੇ ਦੁਆਰਾ ਕੱਢੀਆਂ ਜਾਂਦੀਆਂ ਨੇ, ਉਹਨਾਂ ਤੋਂ ਬਚਾ ਕੇ ਰੱਖਦੀ ਹੈ ਓਜ਼ੋਨ ਲੇਅਰ। ਸੋ ਉੱਪਰਲੇ ਐਟਮੋਸਫੇਅਰ ਦੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਵਾਟਰ ਪੋਲਿਊਸ਼ਨ ਸਭ ਤੋਂ ਜ਼ਿਆਦਾ ਕਿਹਦੇ ਨਾਲ ਹੁੰਦਾ? ਸੋ ਇਹਨਾਂ ਦੇ ਵਿੱਚੋਂ ਜੇ ਆਪਾਂ ਵਾਟਰ ਪੋਲਿਊਸ਼ਨ ਦੀ ਗੱਲ ਕਰੀਏ ਤਾਂ ਉਹਦਾ ਮੇਨ ਸੋਰਸ ਹੈ ਸੀਵੇਜ ਵਾਟਰ। ਓਜ਼ੋਨ ਲੇਅਰ ਆਫ ਅਪਰ ਐਟਮੋਸਫੇਅਰ ਇਜ਼ ਬੀਇੰਗ ਡਿਸਟਰੋਇਡ ਬਾਈ, ਜਿਹੜੀ ਮੈਂ ਪਿੱਛੇ ਗੱਲ ਕੀਤੀ ਹੈ ਕਿ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਆਪਾਂ ਨੂੰ ਬਚਾਉਂਦੀ ਹੈ ਓਜ਼ੋਨ ਲੇਅਰ, ਉੱਪਰਲੇ ਐਟਮੋਸਫੇਅਰ ਦੇ ਵਿੱਚ ਮੌਜੂਦ ਹੁੰਦੀ ਹੈ, ਇਹ ਡਿਸਟਰੋਏ ਹੁੰਦੀ ਜਾ ਰਹੀ ਹੈ ਹੌਲੀ ਹੌਲੀ, ਤੇ ਇਹਦੇ ਡਿਸਟਰਕਸ਼ਨ ਦਾ ਮੇਨ ਕਾਰਨ ਹੈ ਕਲੋਰੋਫਲੋਰੋਕਾਰਬਨ ਦੀ ਵਰਤੋਂ, ਆਪਸ਼ਨ ਏ। Environment is sum means total of dash factor affecting an organism, all factor ਇਨਸਾਨਾਂ ਦੇ ਨਾਲ ਜੋ ਵੀ ਲਿਵਿੰਗ, ਨਾਨ ਲਿਵਿੰਗ, ਬਾਇਓਟਿਕ, ਏਬਾਇਓਟਿਕ, ਜਿੰਨੇ ਵੀ ਫੈਕਟਰਸ ਨੇ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਵਾਤਾਵਰਣ ਤਿਆਰ ਹੁੰਦਾ ਹੈ, এনवायरमेंट ਤਿਆਰ ਹੁੰਦਾ ਹੈ। Which of the following is not one of the prime health risks associated with greater UV radiation through atmosphere? ਸੋ ਇਹਨਾਂ ਚਾਰਾਂ ਦੇ ਵਿੱਚੋਂ ਓਜ਼ੋਨ ਲੇਅਰ ਡਿਪਲੀਟ ਹੋਣ ਦਾ, ਜਾਂ ਫਿਰ ਜੇ ਆਪਾਂ ਕਹਿ ਦਈਏ ਕਿ ਯੂਵੀ ਰੇਜ਼ ਦਾ, ਸੂਰਜ ਦੀਆਂ ਜਿਹੜੇ ਹਾਨੀਕਾਰਕ ਕਿਰਨਾਂ ਨੇ, ਉਹ ਇਹਨਾਂ ਚੋਂ ਕਿਹੜੀ ਪ੍ਰੋਬਲਮ ਦਾ ਕਾਰਨ ਨਹੀਂ ਹੈ ਡਾਇਰੈਕਟਲੀ? ਸੋ ਉਹ ਹੈ ਇਨਕਰੀਜ਼ਡ ਲਿਵਰ ਕੈਂਸਰ। ਲਿਵਰ ਕੈਂਸਰ ਜ਼ਿਆਦਾ ਯੂਵੀ ਰੇਜ਼ ਵਧਣ ਦੇ ਨਾਲ ਨਹੀਂ ਹੁੰਦਾ। ਬਾਕੀ ਜਿਹੜੀਆਂ ਤਿੰਨੋਂ ਪ੍ਰੋਬਲਮਸ ਨੇ ਇਹ ਡਾਇਰੈਕਟ ਇਫੈਕਟ ਹੈ ਯੂਵੀ ਰੇਜ਼ ਦਾ, ਚਾਹੇ ਸਕਿਨ ਕੈਂਸਰ ਹੈ, ਇਮਿਊਨ ਸਿਸਟਮ ਦੀ ਕਮੀ ਹੈ, ਡੈਮੇਜ ਟੂ ਆਈਜ਼। ਅਗਲਾ ਹੈ ਅਨਬਰਨਡ ਕਾਰਬਨ ਪਾਰਟੀਕਲ, ਕਿਸ ਤਰੀਕੇ ਦੀ ਪ੍ਰੋਬਲਮ ਕ੍ਰੀਏਟ ਕਰਦੇ ਨੇ? ਅਨਬਰਨਡ ਕਾਰਬਨ ਪਾਰਟੀਕਲ ਕ੍ਰੀਏਟ ਕਰਦੇ ਨੇ ਰੈਸਪੀਰੇਟਰੀ ਪ੍ਰੋਬਲਮ। ਸੋ ਇਹ ਸਾਰੇ ਜਿਹੜੇ ਮੈਂ ਤੁਹਾਨੂੰ ਕੁਐਸਚਨ ਕਰਵਾ ਰਹੀ ਹਾਂ এনवायरमेंट ਇਸ਼ੂਜ਼ ਦੇ ਨਾਲ ਰਿਲੇਟਡ ਨੇ, ਤੇ ਇਹ ਪੇਪਰ ਦੇ ਲਈ ਵਨ ਆਫ ਦਾ ਮੋਸਟ ਇੰਪੋਰਟੈਂਟ ਨੇ। ਸੋ ਤੁਸੀਂ ਕੋਈ ਵੀ MCQ ਮਿਸ ਨਹੀਂ ਕਰਨਾ, ਐਂਡ ਆਈ ਵੁੱਡ ਸੁਜੈਸਟ ਕਿ ਪੇਪਰ ਤੋਂ ਪਹਿਲਾਂ ਇਸ ਲੈਕਚਰ ਨੂੰ ਰਿਵਾਈਜ਼ ਵੀ ਜ਼ਰੂਰ ਕਰਕੇ ਜਾਓ। ਅਗਲਾ ਕੁਐਸਚਨ ਹੈ which of the following statement are correct in context of carbon monoxide emission? ਸੋ ਕਾਰਬਨ ਮੋਨੋਆਕਸਾਈਡ emission ਨੂੰ ਲੈ ਕੇ ਤਿੰਨ ਸਟੇਟਮੈਂਟ ਨੇ, ਆਪਾਂ ਦੇਖਦੇ ਹਾਂ one by one। ਪਹਿਲੀ ਸਟੇਟਮੈਂਟ ਕਹਿ ਰਹੀ ਹੈ it is mainly due to incomplete combustion of fuel, ਬਿਲਕੁਲ ਸਹੀ ਹੈ, ਉਹਦੇ ਕਰਕੇ ਕਾਰਬਨ ਮੋਨੋਆਕਸਾਈਡ ਰਿਲੀਜ਼ ਹੁੰਦੀ ਹੈ। they are more evident in petrol engine। ਤੀਜਾ, ਲੌਂਗ ਟਰਮ ਐਕਸਪੋਜ਼ਰ ਆਪਾਂ ਨੂੰ ਨੌਜ਼ੀਆ ਕ੍ਰੀਏਟ ਕਰ ਸਕਦਾ ਹੈ। ਤਿੰਨੋਂ ਹੀ ਸਹੀ ਨੇ, ਆਪਸ਼ਨ ਸੀ 1 2 3 ਰਾਈਟ ਆਨਸਰ। Which of the following can be considered as best example of primary air pollutant? Primary air pollutant ਜਿਨ੍ਹਾਂ ਦੇ ਕਰਕੇ ਸਭ ਤੋਂ ਬੇਸਿਕ ਲੈਵਲ ਤੋਂ ਹੀ 에ਅਰ ਪੋਲਿਊਸ਼ਨ ਸ਼ੁਰੂ ਹੋ ਜਾਂਦਾ, ਮੇਨ ਬੇਸਿਕ ਕਾਰਨ ਬਣਦੀ ਹੈ ਕਾਰਬਨ ਡਾਈਆਕਸਾਈਡ, ਜਿਹੜੀ ਕੋਲੇ ਨੂੰ ਜਲਾਉਣ ਤੋਂ ਰਿਲੀਜ਼ ਹੁੰਦੀ ਹੈ। ਸੋ ਦਿਸ ਇਜ਼ ਦ ਬੈਸਟ ਐਗਜ਼ਾਮਪਲ ਆਫ ਪ੍ਰਾਇਮਰੀ 에ਅਰ ਪੋਲਿਊਟੈਂਟ, ਆਪਸ਼ਨ ਏ। ਹੁਣ ਅਗਲਾ ਕੁਐਸਚਨ ਹੈ ਸੈਕੰਡਰੀ 에ਅਰ ਪੋਲਿਊਟੈਂਟ ਕੀ ਹੈ? ਸੋ ਉਹ ਹੈ ਓਜ਼ੋਨ ਜਿਹੜੀ ਪ੍ਰੋਡਿਊਸ ਹੁੰਦੀ ਹੈ ਫੋਟੋਕੈਮੀਕਲ ਸਮੋਕ ਤੋਂ। Common feature of NO2, SO2, CO2, SPM is that all of them
ਇਹ ਸਾਰਿਆਂ ਨੂੰ ਹੀ ਪ੍ਰਾਇਮਰੀ ਪੋਲਿਊਟੈਂਟ ਮੰਨਿਆ ਜਾਂਦਾ ਹੈ। ਦਿਸ ਇਜ਼ ਵੈਰੀ ਇੰਪੋਰਟੈਂਟ ਫॉर एग्जाम। ਐਟਮੋਸਫੇਰਿਕ ਪੋਲਿਊਟੈਂਟਸ ਜ਼ਿਆਦਾਤਰ ਐਟਮੋਸਫੇਅਰ ਦੀ ਕਿਹੜੀ ਲੇਅਰ ਵਿੱਚ ਪਾਏ ਜਾਂਦੇ ਨੇ? ਸੋ ਉਹ ਹੈ ਟ੍ਰੋਪੋਸਫੇਅਰ ਤੇ ਨਾਲ ਹੀ ਜਿਹੜੀ ਨੀਚੇ ਵਾਲਾ ਸਟ੍ਰੈਟੋਸਫੇਅਰ ਦਾ ਹਿੱਸਾ ਹੈ ਲੋਅਰ ਸਟ੍ਰੈਟੋਸਫੇਅਰ, ਆਪਸ਼ਨ ਡੀ। ਕਾਰਬਨ ਡਾਈਆਕਸਾਈਡ, ਮਿਥੇਨ ਕਿਹੜੀ ਚੀਜ਼ ਦੇ ਵਿੱਚ ਸਿਮਿਲਰ ਨੇ? ਸੋ ਇਹ ਦੋਨੋਂ ਹੀ ਗਲੋਬਲ ਵਾਰਮਿੰਗ ਚ ਕੰਟਰੀਬਿਊਟ ਕਰਦੇ ਨੇ, ਆਪਸ਼ਨ ਸੀ। नेक्स्ट है व्हाट इज द मेन सोर्स ऑफ पॉल्यूटेंट? नाइट्रोजन ऑक्साइड, सल्फर ऑक्साइड, कार्बन ऑक्साइड, ये सारे मेन पॉल्यूटेंट कित्थों पैदा होंदे ने? सो जदों आपां हाई टैंपरेचर ते फॉसिल फ्यूल नूं जलाउने आ तां ओही कारण बनदा ए हानिकारक गैसेस दे रिलीज दा। ऑप्शन बी इज द राइट आंसर। Next is main source of water pollution. So this is repetitive question. It is sewage water. ये आपां पिछे देख के हटे। अगला क्वेश्चन है 29th, which of the following ultimately cause oxygen depletion in water bodies? अल्टीमेटली जिन्नियां भी पानी ਦੀਆਂ ਬੋਡੀਜ਼ ਨੇ ਉਹਨਾਂ ਵਿੱਚ ਜਿਹੜੀ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ ਜਿਹਦੇ ਨਾਲ ਐਕੁਆਟਿਕ ਪਲਾਂਟਸ ਐਨੀਮਲਸ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ। ਉਹਦਾ ਮੇਨ ਕਾਰਨ ਉਹਦਾ ਹੁੰਦਾ ਮਾਈਕਰੋ ਆਰਗੇਨਿਜ਼ਮ। ਸੋ ਆਪਸ਼ਨ ਸੀ ਇਜ਼ ਰਾਈਟ ਆਂਸਰ। ਨੈਕਸਟ ਹੈ ਇਹਨਾਂ ਚਾਰਾਂ ਦੇ ਵਿੱਚੋਂ ਪਾਣੀ ਨਾਲ ਹੋਣ ਵਾਲੀ ਕਿਹੜੀ ਬਿਮਾਰੀ ਹੈ? ਵਾਟਰ ਬੋਰਨ ਡਿਸੀਜ਼। So that is cholera, option D. Next is एक process है, केड़ा process है ਜਿਹਦੇ ਨਾਲ earthworm detritus ਨੂੰ ਛੋਟੇ-ਛੋਟੇ particles ਦੇ ਵਿੱਚ ਤੋੜ ਦਿੰਦਾ ਹੈ, break down ਕਰ ਦਿੰਦਾ ਹੈ। So ਉਸ process ਨੂੰ ਕਿਹਾ ਜਾਂਦਾ ਹੈ fragmentation, option B. Biomass available for consumption by herbivore and decomposer is called. So ਇਸ biomass ਨੂੰ ਕਿਹਾ ਜਾਂਦਾ ਹੈ net primary productivity, option D. Habitat ਕੀ ਹੈ? Habitat ਉਹ ਚੀਜ਼ ਆ environment ਦੇ ਅੰਦਰ ਜਿੱਥੇ particular ਇੱਕ ਜਗ੍ਹਾ ਤੇ plants ਤੇ animals ਸ਼ੁਰੂ ਤੋਂ ਰਹਿ ਰਹੇ ਹੁੰਦੇ ਨੇ। So a particular area inhabited by plants and animal, option C. Biome ਕੀ ਹੈ? ਕਿਸੇ ਵੀ geographical area ਦੇ ਵਿੱਚ ਜਿੱਥੇ plants ਤੇ animals ਦੀ ਇੱਕ natural community ਹੋਵੇ ਉਹਨੂੰ ਕਿਹਾ ਜਾਂਦਾ ਹੈ biome, option C. If we combine all ecosystem present on earth ਤਾਂ ਕੀ ਤਿਆਰ ਹੁੰਦਾ? ਸੋ ਸਾਰੇ ecosystem ਨੂੰ ਮਿਲਾ ਕੇ ਤਿਆਰ ਹੁੰਦਾ ਹੈ ਪੂਰਾ ਦਾ ਪੂਰਾ biosphere, option C. Food web ਕੀ ਚੀਜ਼ ਸ਼ੋ ਕਰਦਾ? Food web ਇਹ ਦਿਖਾਉਂਦਾ ਵੀ ਕਿਵੇਂ ਅਲੱਗ-ਅਲੱਗ organisms ਨੇ ਇੱਕ ਦੂਜੇ ਤੇ ਨਿਰਭਰ ਕਰਦੇ ਨੇ, food chains ਕਿਵੇਂ ਆਪਸ ਦੇ ਵਿੱਚ connected ਹੁੰਦੀਆਂ ਨੇ, ਕੌਣ ਕਿਹਨੂੰ ਖਾਂਦਾ ਹੈ, primary consumer, secondary consumer ਜਾਂ ਫਿਰ ਫੀਡਿੰਗ ਰਿਲੇਸ਼ਨਸ਼ਿਪ ਕੀ ਹੈ ਤੇ ਉਹ ਕਿਵੇਂ ਆਪਸ ਦੇ ਵਿੱਚ ਜੁੜਿਆ ਹੋਇਆ ਹੈ। ਸੋ ਤਿੰਨੋਂ ਚੀਜ਼ਾਂ ਹੀ ਦਰਸਾਉਂਦਾ ਇੱਕ ਫੂਡ ਵੈਬ, ਆਪਸ਼ਨ ਡੀ all of the above. In the analysis of man-environment relationship, pragmatic possibilism implies that pragmatic possibilism ਦਿਖਾਉਂਦਾ ਕਿ ਕਿਸੇ ਵੀ ਸਿਚੁਏਸ਼ਨ ਨੂੰ ਸਭ ਤੋਂ ਪਹਿਲਾਂ ਮੈਨ ਨੂੰ ਦੇਖਣਾ ਚਾਹੀਦਾ, ਅਸੈਸ ਕਰਨਾ ਚਾਹੀਦਾ, ਫਿਰ ਉਸ ਤੋਂ ਬਾਅਦ ਸਮਝਣਾ ਚਾਹੀਦਾ ਕਿ ਮੈਂ ਇੱਕ ਪਾਰਟਿਕੂਲਰ ਜਗ੍ਹਾ ਦੇ ਰਿਸੋਰਸਿਸ ਨੂੰ ਕਿਸ ਲੈਵਲ ਤੱਕ, ਕਿਸ ਲਿਮਿਟ ਤੱਕ ਵਰਤਣਾ ਹੈ, ਆਪਸ਼ਨ ਸੀ। ਇਹਦਾ ਇਹ ਬੇਸਿਕ ਜਿਹਾ ਮਤਲਬ ਹੈ ਕਿ ਇਨਸਾਨ ਨੇ ਜਦੋਂ ਵੀ এনवायरमेंट ਦੇ ਨਾਲ ਕੋਈ ਛੇੜਛਾੜ ਕਰਨੀ ਹੈ ਤਾਂ ਪਹਿਲਾਂ ਉਹਨੂੰ ਸਮਝੇ ਕਿ ਕਿਤੇ ਮੇਰੀ ਇਹ ਛੇੜਛਾੜ এনवायरमेंट ਦੇ ਲਈ ਹਾਨੀਕਾਰਕ ਸਾਬਿਤ ਤਾਂ ਨਹੀਂ ਹੋਊਗੀ। ਸੋ ਉਹ ਮੇਨ ਸਾਰਾ ਰਿਲੇਸ਼ਨਸ਼ਿਪ ਐਨਾਲਾਈਜ਼ ਕੀਤਾ ਜਾਂਦਾ ਹੈ ਇਸ ਪੋਸਿਬਿਲਿਜ਼ਮ ਦੇ ਅੰਦਰ। ਅਗਲਾ ਹੈ which of the following are included in biosphere? ਬਾਇਓਸਫੀਅਰ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਐਟਮੋਸਫੀਅਰ ਜੁੜੇ ਹੁੰਦੇ ਨੇ। ਐਟਮੋਸਫੀਅਰ এনवायरमेंट ਦੇ ਅਲੱਗ-ਅਲੱਗ ਫੇਜ਼ਸ ਜੁੜੇ ਹੁੰਦੇ ਨੇ। ਹਾਈਡਰੋਸਫੀਅਰ, ਐਟਮੋਸਫੀਅਰ, ਲਿਥੋਸਫੀਅਰ। ਹਾਈਡਰੋਸਫੀਅਰ ਹੈ ਪਾਣੀ ਨਾਲ ਰਿਲੇਟਡ, ਐਟਮੋਸਫੀਅਰ 에ਅਰ, ਲਿਥੋ ਇਜ਼ ਰਿਲੇਟਡ ਟੂ ਸੋਇਲ। ਇਹ ਅਲੱਗ-ਅਲੱਗ ਤੋਂ ਟਰਮਸ ਵੀ ਤੁਸੀਂ ਯਾਦ ਰੱਖਣੀਆਂ ਨੇ। ਤਿੰਨਾਂ ਨੂੰ ਮਿਲ ਕੇ ਬਣਦਾ ਹੈ ਬਾਇਓਸਫੀਅਰ, ਆਪਸ਼ਨ ਡੀ। Interlocking of two or more types of food chain at different trophic level, ਜਿੱਥੇ ਅਲੱਗ-ਅਲੱਗ food chain ਆਪਸ ਦੇ ਵਿੱਚ ਜੁੜ ਜਾਂਦੀਆਂ ਨੇ, interlink ਕਰਦੀਆਂ ਨੇ, ਉਸ ਚੀਜ਼ ਨੂੰ ਕਹਿੰਦੇ ਆਪਾਂ food web, option C. The transfer of food energy through a chain of organism from one trophic level to another. So this is simple food chain, option C. Keystone species बहुत ਵਾਰੀ क्वेश्चन रिपीट होया ते ਇਹ ਚਾਹੇ PSSSB पेपर है, पंजाब पुलिस का पेपर है, PPSC ਦਾ, ਇਸ टाइप ਦੇ क्वेश्चन काफी इंपॉर्टेंट ਨੇ ਜਿਹੜੇ ਕਰੰਟ ਵਿੱਚੋਂ ਬਣ ਕੇ ਆਉਂਦੇ ਨੇ, ਕਿਸੇ এনवायरमेंट ਦੀ ਸਪੈਸਿਫਿਕ ਟਰਮ ਉੱਤੇ ਆ ਜਾਂਦੇ ਨੇ।
ਸੋ ਕੀਸਟੋਨ ਸਪੀਸੀਜ਼ ਉਹ ਹੁੰਦੀਆਂ ਨੇ ਜਿਨ੍ਹਾਂ ਦਾ ਡਿਸਪ੍ਰੋਪੋਰਸ਼ਨੇਟ ਜਿਹਾ ਅਸਰ ਹੁੰਦਾ ਹੈ ਈਕੋਸਿਸਟਮ ਉੱਤੇ, ਪਰ ਜਿਹੜਾ ਉਹਨਾਂ ਦਾ ਅਸਰ ਹੈ ਉਹ ਬਹੁਤ ਹਾਈ ਲੈਵਲ ਦਾ ਦੇਖਣ ਨੂੰ ਮਿਲਦਾ ਹੈ। ਸੋ ਉਹਨਾਂ ਨੂੰ ਕਿਹਾ ਜਾਂਦਾ ਹੈ ਕੀਸਟੋਨ ਸਪੀਸੀਜ਼, ਆਪਸ਼ਨ ਏ, disproportionate large impact on ecosystem। ਨੈਕਸਟ ਤਿੰਨ ਤਰ੍ਹਾਂ ਦੀ ਹਾਈਡਰੋਜਨ ਹੈ, ਰਾਈਟ ਸਾਈਡ ਤੇ ਹੈ ਕਿ ਇਹ ਕਿੱਥੋਂ ਕਿੱਥੋਂ ਮੈਨੂਫੈਕਚਰ ਹੁੰਦੀ ਹੈ। ਆਪਾਂ ਨੇ ਦੱਸਣਾ ਕਿ ਕਿਹੜਾ ਪੇਅਰ ਸਹੀ ਮੈਚ ਹੋਇਆ। ਸੋ ਉਰੇ ਫਰਸਟ ਤੇ ਥਰਡ ਸਹੀ ਮੈਚ ਹੈ। ਬਰਾਊਨ ਹਾਈਡਰੋਜਨ ਮੈਨੂਫੈਕਚਰ ਕੀਤੀ ਜਾਂਦੀ ਹੈ ਕੋਲ ਤੋਂ। green hydrogen, electrolysis of water using renewable energy, so option C is the right answer। अगला है करंट बेस्ड क्वेश्चन, डीप ओशन मिशन रिसेंटली न्यूज विद सी, केड़े इंस्टीट्यूशन ने इनू लॉन्च किया। सो दिस मिशन was launched by Ministry of Earth Science, option C। Select the correct statement about ozone hole out of the following। ਪਿਛਲੇ 3-4 ਸਾਲ ਦੀ ਜੇ ਆਪਾਂ ਗੱਲ ਕਰੀਏ ਤਾਂ ਓਜ਼ੋਨ ਹੋਲ ਬਾਰ-ਬਾਰ ਨਿਊਜ਼ ਵਿੱਚ ਹੈ ਤੇ ਓਜ਼ੋਨ ਹੋਲ ਸਟ੍ਰੈਟੋਸਫੀਅਰ ਦਾ ਉਹ ਹਿੱਸਾ ਹੈ ਜਿੱਥੇ ਓਜ਼ੋਨ ਲੇਅਰ ਪਤਲੀ ਹੁੰਦੀ ਜਾ ਰਹੀ ਹੈ, ਡਿਪਲੀਟ ਹੁੰਦੀ ਜਾ ਰਹੀ ਹੈ, ਹੌਲੀ-ਹੌਲੀ ਖਤਮ ਹੋ ਰਹੀ ਹੈ, ਉਹਨੂੰ ਕਹਿ ਰਹੇ ਆਪਾਂ ਓਜ਼ੋਨ ਹੋਲ। ਇਟ ਇਜ਼ thinning of ozone layer of stratosphere at some place, option A। अगला क्वेश्चन है पोल्यूटेंट की है, कोई भी सबसटेंस केमिकल या होर फैक्टर ते ਇਹਦਾ ਅਸਰ ਕਿਹਦੇ ਉੱਤੇ ਹੁੰਦਾ ਹੈ। ਇੱਕ ਪੋਲਿਊਟੈਂਟ ਦਾ ਅਸਰ ਹੁੰਦਾ ਹੈ এনवायरमेंट ਦਾ ਜਿਹੜਾ ਨੈਚੁਰਲ ਬੈਲੈਂਸ ਹੈ ਉਹਦੇ ਅੰਦਰ ਚੇਂਜ ਲਿਆ ਕੇ। ਸੋ ਪੋਲਿਊਟੈਂਟ ਚਾਹੇ ਕੋਈ 에ਅਰ ਪੋਲਿਊਟੈਂਟ ਹੈ, ਵਾਟਰ ਪੋਲਿਊਟੈਂਟ ਹੈ, ਸੋਇਲ ਪੋਲਿਊਟੈਂਟ ਹੈ, ਉਹਦਾ ਅਸਰ ਕਿਹਦੇ ਉੱਤੇ ਦੇਖਣ ਨੂੰ ਮਿਲੂ, এনवायरमेंट ਦੇ ਨੈਚੁਰਲ ਬੈਲੈਂਸ ਉੱਤੇ, ਆਪਸ਼ਨ ਬੀ। Which of the following unit is used to measure intensity of noise? Noise ਦੀ intensity ਨੂੰ ਮਾਪਣ ਦੇ ਲਈ ਕਿਹੜੇ ਯੂਨਿਟ ਦੀ ਵਰਤੋਂ ਕੀਤੀ ਜਾਂਦੀ ਹੈ? ਸੋ ਯੂਨਿਟ ਹੈ ਡੈਸੀਬਲ, ਆਪਸ਼ਨ ਏ। ਨੈਕਸਟ ਹੈ ਹਿਊਮਨ ਈਅਰ, ਇਨਸਾਨ ਦੇ ਜਿਹੜੇ ਕੰਨ ਹੈ ਸਭ ਤੋਂ ਜ਼ਿਆਦਾ ਕਿੰਨੀ ਫ੍ਰੀਕੁਐਂਸੀ ਰੇਂਜ ਦੇ ਵਿੱਚ ਸੈਂਸਿਟਿਵ ਹੁੰਦੇ ਨੇ। ਸੋ ਉਹ ਰੇਂਜ ਹੈ 13 ਤੋਂ 16 ਕਿਲੋਹਰਟਜ਼, ਆਪਸ਼ਨ ਡੀ। ਅਗਲਾ ਕੁਐਸਚਨ ਹੈ ਰੇਡੀਓ ਐਕਟਿਵ ਮਟੀਰੀਅਲ ਦੀ ਕੰਟੈਮੀਨੇਸ਼ਨ ਬਹੁਤ ਹਾਨੀਕਾਰਕ ਹੈ, ਕਿਉਂ? ਕਿਉਂਕਿ ਇਹਦੇ ਨਾਲ ਜੀਨ ਦੇ ਵਿੱਚ ਤਬਦੀਲੀ ਆਉਂਦੀ ਹੈ, ਜੀਨ ਮਿਊਟੇਸ਼ਨ ਹੁੰਦੀ ਹੈ। ਸੋ ਆਪਸ਼ਨ ਬੀ ਇਜ਼ ਦ ਰਾਈਟ ਆਂਸਰ। ਤੇ ਇਸ ਟਾਈਪ ਦੇ ਕੁਐਸਚਨ ਜਿਹੜੇ ਡਾਇਰੈਕਟਲੀ ਕਰੰਟ ਚੋਂ ਨਿਕਲ ਕੇ ਆਉਂਦੇ ਨੇ, ਆਈ ਐਮ ਰਿਪੀਟਿੰਗ, ਪੀਪੀਐਸਸੀ ਵਾਲੇ ਸਟੂਡੈਂਟਸ ਮਿਸ ਨਾ ਕਰਨ। ਬਾਇਓਲੋਜੀਕਲ ਮੈਗਨੀਫਿਕੇਸ਼ਨ ਕੀ ਹੈ, ਬਾਇਓ ਐਕਿਊਮੂਲੇਸ਼ਨ ਕੀ ਹੈ, ਇਹ ਸਾਰੇ ਜਿੰਨੇ ਕਨਸੈਪਟ ਨੇ ਮੈਂ ਆਲਰੇਡੀ ਪੇਡ ਕੋਰਸ ਵਿੱਚ ਵੀ ਕਰਵਾਏ ਹੋਏ ਨੇ ਤੇ ਇਹ ਜਿਹੜੀਆਂ ਟਰਮਸ ਨੇ ਇਹਨਾਂ ਦੇ ਮੀਨਿੰਗ ਤੁਸੀਂ ਬਿਲਕੁਲ ਮਿਸ ਨਹੀਂ ਕਰਨੇ। Next is biotic component of environment does not include। Biotic component ਦੇ ਵਿੱਚ soil system ਨਹੀਂ ਆਉਂਦਾ, option D। Lichens are the best indicator of, so ਇਹ ਸਭ ਤੋਂ ਵਧੀਆ ਇੰਡੀਕੇਟਰ ਨੇ air pollution ਦਾ, option D। BOD ਦੀ full form ਕੀ ਹੈ, very important, BOD stands for biochemical oxygen demand, option D। Word ecology ਇਹਨੂੰ ਕੁਆइन ਕੀਤਾ ਸੀ 1866 ਵਿੱਚ। ਨੇਮ ਕੀ ਹੈ? ਸੋ ਨੇਮ ਹੈ ਪਰਸਨ ਦਾ ਅਰਨੈਸਟ ਹੈਕਲ, ਜਿਨ੍ਹਾਂ ਨੇ ਇਹ ਨਾਮ ਰੱਖਿਆ ਸੀ, ਕੁਆइन ਕੀਤੀ ਸੀ ਇਹ ਟਰਮ ਇਕੋਲੋਜੀ। ਨੈਕਸਟ ਹੈ ਇਕੋਸਿਸਟਮ, ਨਾਮ ਕਿਹਦੇ ਦੁਆਰਾ ਇਨੈਂਸ਼ੀਏਟ ਕੀਤਾ ਗਿਆ? ਸੋ ਦਿਸ ਟਰਮ ਵਾਸ ਇਨੈਂਸ਼ੀਏਟਡ ਬਾय A.G. ਟੈਂਸਲੇ, ਆਪਸ਼ਨ ਏ। ਸੋ ਤੁਸੀਂ ਇਹ ਪੇਪਰ ਦੇ ਲਈ ਸਟੈਟਿਕ ਫੈਕਟਸ ਅੰਦਰ ਯਾਦ ਰੱਖਣਾ ਹੈ ਤੇ ਇਹਦੇ ਵਿੱਚ ਬਿਲਕੁਲ ਕਨਫਿਊਜ਼ ਨਹੀਂ ਹੋਣਾ। ਇਕੋਲੋਜੀ ਤੇ ਇਕੋਸਿਸਟਮ ਅਲੱਗ-ਅਲੱਗ ਜਿਹੜੇ ਦੋ ਪਰਸਨਸ ਦੇ ਨਾਮ ਨੇ ਯਾਦ ਰੱਖਣੇ ਆ। ਅਗਲਾ ਹੈ ਆਰਟੀਫੀਸ਼ੀਅਲ ਇਕੋਸਿਸਟਮ ਕੀ ਹੈ? ਸੋ ਇਹਨਾਂ ਚਾਰਾਂ ਦੇ ਵਿੱਚੋਂ ਇਨਸਾਨ ਦੇ ਦੁਆਰਾ ਮੈਨ ਮੇਡ ਤਿਆਰ ਕੀਤਾ ਗਿਆ ਇਕੋਸਿਸਟਮ ਹੈ ਐਕੁਆਰੀਅਮ, ਆਪਸ਼ਨ ਏ। ਓਜ਼ੋਨ ਲੇਅਰ ਕਿਸ ਚੀਜ਼ ਨੂੰ ਰੋਕਦੀ ਹੈ? ਓਜ਼ੋਨ ਲੇਅਰ ਰਿਸਟ੍ਰਿਕਟ ਕਰਦੀ ਹੈ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਯੂਵੀ ਕਿਰਨਾਂ ਨੂੰ, ਅਲਟਰਾ ਵਾਇਲੇਟ ਰੇਡੀਏਸ਼ਨ। The dissolution of ozone layer causes ozone hole in the blanket surrounding the atmosphere। What are the till effects of ozone here? ਓਜ਼ੋਨ ਹੋਲ ਦੇ ਨਾਲ ਹੁਣ ਹੌਲੀ-ਹੌਲੀ ਯੂਵੀ ਰੇਜ਼ ਧਰਤੀ ਤੱਕ ਪਹੁੰਚਣ ਲੱਗ ਗਈਆਂ, ਇਹਦੇ ਨਾਲ ਅਲੱਗ-ਅਲੱਗ ਸਕਿਨ ਪ੍ਰੋਬਲਮ, ਆਈ ਪ੍ਰੋਬਲਮ ਆ ਰਹੀਆਂ ਨੇ। ਸੋ ਮੇਨ ਇਫੈਕਟ ਕੀ ਹੈ? ਯੂਵੀ ਰੇਜ਼ ਰੀਚਿੰਗ ਦ ਅਰਥ। Next question, which of the following can be considered as best example of primary air pollutant? So this is again repetitive question here. Option A is the right answer, carbon dioxide,
ਜਿਹੜੀ ਕੋਲ ਨੂੰ ਜਲਾਉਣ ਤੋਂ ਬਾਅਦ ਰਿਲੀਜ਼ ਹੁੰਦੀ ਹੈ ਉਹ ਪ੍ਰਾਇਮਰੀ 에ਅਰ ਪੋਲਿਊਟੈਂਟ ਹੈ। Why does oxygen concentration in the water decrease when sewage is discharged into river? ਜਦੋਂ ਸੀਵੇਜ ਵਾਟਰ ਕੋਈ ਪੋਲਿਊਟਡ ਵਾਟਰ ਰਿਵਰ ਵਿੱਚ ਆਪਾਂ ਡਿਸਚਾਰਜ ਕਰ ਦਿੰਦੇ ਆ ਤਾਂ ਰਿਵਰ ਦੇ ਅੰਦਰ ਪੋਲਿਊਸ਼ਨ ਹੋ ਜਾਂਦਾ ਹੈ, ਆਕਸੀਜਨ ਦੀ ਮਾਤਰਾ ਪਾਣੀ 'ਚ ਘਟ ਜਾਂਦੀ ਹੈ। ਕਿਉਂ? ਇਹਦਾ ਮੇਨ ਕਾਰਨ ਹੈ ਬੈਕਟੀਰੀਆ ਦੀ ਗਰੋਥ। ਜਦੋਂ ਗੰਦਾ ਪਾਣੀ ਰਿਵਰ ਦੇ ਪਾਣੀ ਵਿੱਚ ਮਿਲੂਗਾ ਤਾਂ ਉੱਥੇ ਬੈਕਟੀਰੀਆ ਗਰੋ ਕਰੂਗਾ। ਅਲਟੀਮੇਟਲੀ ਜਦੋਂ ਮਾਈਕਰੋ ਆਰਗੇਨਿਜ਼ਮਸ ਵੱਧਦੇ ਨੇ ਤਾਂ ਮੈਂ ਪਿੱਛੇ ਵੀ ਕੁਐਸਚਨ ਦੱਸਿਆ ਸੀ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ। ਆਪਸ਼ਨ ਡੀ ਇਜ਼ ਦ ਰਾਈਟ ਆਂਸਰ। Which of the following best illustrate secondary air pollutant? So ਇਹਨਾਂ ਚੋਂ secondary air pollutant ਹੈ option C ozone produced in photochemical smoke। ਬਾਕੀ ਪਹਿਲੇ ਦੋ ਕਾਰਬਨ ਡਾਈਆਕਸਾਈਡ ਨਾਈਟ੍ਰੋਜਨ ਡਾਈਆਕਸਾਈਡ ਇਹ ਦੋਨੋਂ ਹੀ ਪ੍ਰਾਇਮਰੀ 에ਅਰ ਪੋਲਿਊਟੈਂਟ ਮੰਨੇ ਜਾਂਦੇ ਹਨ। ਗ੍ਰੀਨ ਹਾਊਸ ਗੈਸਿਸ ਕੀ ਹੈ? ਗ੍ਰੀਨ ਹਾਊਸ ਗੈਸਿਸ ਨੇ ਜਿਹੜੀਆਂ ਧਰਤੀ ਤੇ ਆਉਣ ਵਾਲੀਆਂ ਲਾਰਜ ਵੇਵ ਰੇਡੀਏਸ਼ਨ ਨੂੰ ਐਬਜ਼ੌਰਬ ਕਰ ਲੈਂਦੀ ਹੈ, ਟ੍ਰੈਪ ਕਰ ਲੈਂਦੀ ਹੈ। ਆਪਸ਼ਨ ਏ ਅਲਟੀਮੇਟਲੀ ਜਿਹਦੇ ਨਾਲ ਗਲੋਬਲ ਵਾਰਮਿੰਗ ਹੁੰਦੀ ਹੈ। ਨੈਕਸਟ ਇਜ਼ 61st ਕੁਐਸਚਨ, ਕਿਹੜਾ ਹਵਾ ਦੇ ਵਿੱਚ ਮੌਜੂਦ ਪੋਲਿਊਟੈਂਟ ਹੈ ਜਿਹਦੇ ਕਰਕੇ ਜਿਹੜਾ ਮੀਂਹ ਹੈ ਰੇਨ ਹੈ ਉਹ ਐਸਿਡਿਕ ਹੋ ਜਾਂਦੀ ਹੈ? ਸੋ ਉਹ ਹੈ ਸਲਫਰ ਡਾਈਆਕਸਾਈਡ ਦੀ ਮੌਜੂਦਗੀ ਫਰੋਮ ਕੋਲ ਫਾਇਰਡ ਪਾਵਰ ਸਟੇਸ਼ਨ। ਤੇ ਇਹੀ ਮੇਨ ਕਾਰਨ ਹੈ, ਜਿਵੇਂ ਸਲਫਰ ਡਾਈਆਕਸਾਈਡ ਹੋ ਗਈ, ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ, ਜਿਨ੍ਹਾਂ ਕਰਕੇ ਮੇਨਲੀ ਦੇਖਿਆ ਗਿਆ ਕਿ ਜਿਹੜਾ ਤਾਜ ਮਹਿਲ ਹੈ ਉਹਦਾ ਰੰਗ ਵੀ ਐਸਿਡ ਰੇਨ ਕਰਕੇ ਪੀਲਾ ਪੈਣ ਲੱਗ ਗਿਆ ਸੀ, ਉਹਦਾ ਮਾਰਬਲ ਡਿਪਲੀਟ ਹੋਣ ਲੱਗ ਗਿਆ ਸੀ। ਉਸ ਤੋਂ ਬਾਅਦ ਹੈ ਅਗਲਾ ਕੁਐਸਚਨ, ਮੋਸਟ ਹਾਰਮਫੁਲ ਟਾਈਪ ਆਫ এনवायरमेंट ਪੋਲਿਊਟੈਂਟ। ਸਭ ਤੋਂ ਖਤਰਨਾਕ এনवायरमेंट ਪੋਲਿਊਟੈਂਟ ਹੈ ਨਾਨ ਬਾਇਓਡੀਗ੍ਰੇਡੇਬਲ ਕੈਮੀਕਲਸ। ਅਗਲਾ ਹੈ ਗ੍ਰੀਨ ਹਾਊਸ ਇਫੈਕਟ ਕਿਸ ਚੀਜ਼ ਨਾਲ ਹੁੰਦਾ? ਗ੍ਰੀਨ ਹਾਊਸ ਇਫੈਕਟ ਹੁੰਦਾ ਹੈ ਜਦੋਂ ਕਾਰਬਨ ਡਾਈਆਕਸਾਈਡ ਦੀ ਕੰਸੈਂਟ੍ਰੇਸ਼ਨ ਉਹਦੀ ਮਾਤਰਾ এনवायरमेंट ਵਿੱਚ ਐਟਮੋਸਫੇਅਰ ਵਿੱਚ ਵੱਧ ਜਾਵੇ ਤੇ ਉਸ ਮਾਤਰਾ ਦੇ ਵਧਣ ਕਰਕੇ ਅਲਟੀਮੇਟਲੀ ਜਦੋਂ ਟੈਂਪਰੇਚਰ ਇਨਕਰੀਜ਼ ਹੁੰਦਾ ਹੈ ਧਰਤੀ ਦਾ, ਆਪਣਾ ਜਿਹੜਾ ਮੌਸਮ ਹੈ ਉਹਦੇ ਵਿੱਚ ਇੱਕ ਗਰਮੀ ਆਉਂਦੀ ਹੈ, ਟੈਂਪਰੇਚਰ ਰਾਈਜ਼ ਕਰਦਾ ਹੈ, ਉਸ ਚੀਜ਼ ਨੂੰ ਕਹਿੰਦੇ ਆ, ਉਸ ਇਫੈਕਟ ਨੂੰ ਕਹਿੰਦੇ ਆ ਗ੍ਰੀਨ ਹਾਊਸ ਇਫੈਕਟ। ਤੇ ਇਹਦੇ ਨਾਲ ਹੀ ਰਿਲੇਟਡ ਟਰਮ ਹੈ ਗਲੋਬਲ ਵਾਰਮਿੰਗ। What is true of the ecosystem? ਇਹਨਾਂ ਚਾਰਾਂ ਦੇ ਵਿੱਚੋਂ ecosystem ਨਾਲ ਰਿਲੇਟਡ ਜਿਹੜੀ ਸਟੇਟਮੈਂਟ ਸਹੀ ਹੈ ਉਹ ਹੈ ਆਪਸ਼ਨ 3 ਪ੍ਰੋਡਿਊਸਰ ਜ਼ਿਆਦਾ ਨੇ ਪ੍ਰਾਇਮਰੀ ਕੰਜ਼ਿਊਮਰ ਨਾਲੋਂ। ਗ੍ਰੀਨ ਹਾਊਸ ਗੈਸ ਪ੍ਰੋਟੋਕਾਲ ਕੀ ਹੈ? ਵੈਰੀ ਇੰਪੋਰਟੈਂਟ। ਇੱਕ ਇਹੋ ਜਿਹਾ ਇੰਟਰਨੈਸ਼ਨਲ ਅਕਾਊਂਟਿੰਗ ਸੋਲਿਊਸ਼ਨ ਹੈ ਸਰਕਾਰ ਤੇ ਬਿਜ਼ਨਸ ਲੀਡਰਸ ਦੇ ਲਈ, ਜਿਨ੍ਹਾਂ ਦੇ ਅੰਦਰ ਉਹਨਾਂ ਨੂੰ ਗ੍ਰੀਨ ਹਾਊਸ ਗੈਸ ਇਮਿਸ਼ਨ ਪੁਆਇੰਟ 3 ਦੇ ਰੂਲਸ ਨੂੰ ਸਮਝਣਾ ਪਊਗਾ to understand, quantify, manage greenhouse gas emission। ਇੱਕ ਪ੍ਰੋਟੋਕਾਲ ਤਿਆਰ ਕਰਤਾ, ਸੈਟ ਆਫ ਰੂਲ ਤਿਆਰ ਕਰਤੇ ਸਰਕਾਰਾਂ ਦੇ ਲਈ, ਬਿਜ਼ਨਸ ਲੀਡਰਸ ਦੇ ਲਈ। ਸੋ ਆਪਸ਼ਨ A is the right answer। Which of the following gas affect human health by reducing blood's ability to carry oxygen to different parts of the body? So A ਜ਼ਹਿਰੀਲੀ ਹਾਨੀਕਾਰਕ ਗੈਸ ਹੈ ਕਾਰਬਨ ਮੋਨੋਆਕਸਾਈਡ, ਜਿਹਦੇ ਨਾਲ ਆਪਣੇ ਖੂਨ ਦੇ ਅੰਦਰ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ, ਬਾਕੀ ਬਾਡੀ ਪਾਰਟਸ ਤੱਕ ਨਹੀਂ ਪਹੁੰਚ ਪਾਉਂਦੀ। ਅਗਲਾ ਕੁਐਸਚਨ ਹੈ ਨਾਈਟ੍ਰੋਜਨ ਆਕਸਾਈਡ ਦਾ ਹਿਊਮਨ ਹੈਲਥ ਉੱਤੇ ਕੀ ਅਸਰ ਹੁੰਦਾ? ਸੋ ਇਹਦੇ ਨਾਲ ਅਸਥਮਾ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਸਕਦੀ ਹੈ, ਐਗਰੀਵੇਟਿੰਗ ਅਸਥਮਾ ਪ੍ਰੋਬਲਮ। Which of the following is not one of the environment problem resulting from human interference in nitrogen cycle? ਇਨਸਾਨ ਦੀ ਨਾਈਟ੍ਰੋਜਨ ਸਾਈਕਲ ਦੇ ਵਿੱਚ ਇੰਟਰਫੇਰੈਂਸ ਕਰਕੇ ਇਹਨਾਂ ਵਿੱਚੋਂ ਕਿਹੜੀ এনवायरमेंट ਪ੍ਰੋਬਲਮ ਨਹੀਂ ਹੁੰਦੀ? ਸੋ ਉਹ ਹੈ ਓਜ਼ੋਨ ਡਿਪਲੀਸ਼ਨ, ਆਪਸ਼ਨ ਡੀ। Which of the following is not a major greenhouse gas? ਇਹ ਕੁਐਸਚਨ ਪੇਪਰ 'ਚ ਬਹੁਤ ਵਾਰੀ ਆਉਂਦਾ। not a major ਹੈ ਕੈਲਸ਼ੀਅਮ ਕਾਰਬੋਨੇਟ। ਮੌਂਟਰੀਅਲ ਪ੍ਰੋਟੋਕਾਲ ਨੂੰ 1987 ਸਾਈਨ ਕੀਤਾ ਗਿਆ, ਕਿਸ ਚੀਜ਼ ਨੂੰ ਲੈ ਕੇ? ਸੋ ਇਹਦੇ ਅੰਦਰ ਕਿਹਾ ਗਿਆ ਸੀ ਕਿ ਜਿਹੜੀਆਂ ਚੀਜ਼ਾਂ ਦੇ ਕਰਕੇ ਓਜ਼ੋਨ ਲੇਅਰ ਖਤਮ ਹੁੰਦੀ ਜਾ ਰਹੀ ਹੈ, ਡਿਪਲੀਟ ਹੋ ਰਹੀ ਹੈ, ਉਹਨਾਂ ਨੂੰ ਦੂਰ ਕਰੋ। ਮੇਨ ਕਿਹੜੀਆਂ ਚੀਜ਼ਾਂ ਸੀ? ਕਲੋਰੋਫਲੋਰੋਕਾਰਬਨ ਵਾਲੀਆਂ। So phase out the use of CFC which cause depletion of ozone layer. So AC important MCQs. Now we are moving towards few important concepts related to environment. So starting with few important concepts. First one is related to basic ecosystem overview.
ਜਿਹੜਾ ਈਕੋਸਿਸਟਮ ਹੈ ਉਹਦੇ ਅੰਦਰ ਦੋ ਤਰ੍ਹਾਂ ਦੇ ਫੈਕਟਰਸ ਹੁੰਦੇ ਨੇ, ਇੱਕ ਜਿਹੜੇ ਜ਼ਿੰਦਾ ਜਿਹਨੂੰ ਆਪਾਂ ਬਾਇਓਟਿਕ ਲਿਵਿੰਗ ਫੈਕਟਰ ਕਹਿ ਦਿੰਦੇ ਆ, ਦੂਜੇ ਨੇ ਏਬਾਇਓਟਿਕ ਜਿਹਨੂੰ ਆਪਾਂ ਨਾਨ ਲਿਵਿੰਗ ਕਹਿ ਦਿੰਦੇ ਆ। ਹੁਣ ਜਿਹੜੇ ਲਿਵਿੰਗ ਨੇ ਨਾਨ ਲਿਵਿੰਗ ਨੇ, ਕੋਈ ਵੀ ਚੀਜ਼ ਆ ਧਰਤੀ ਤੋਂ ਲੈ ਕੇ ਆਸਮਾਨ ਤੱਕ ਪੂਰੀ ਦੀ ਪੂਰੀ ਇਹ ਜਿਹੜੇ ਪੂਰਾ ਕਨਸੈਪਟ ਹੈ ਫੈਕਟਰਸ ਨੇ ਬਾਇਓਟਿਕ ਏਬਾਇਓਟਿਕ, ਇਹ ਮਿਲ ਕੇ ਈਕੋਸਿਸਟਮ ਤਿਆਰ ਕਰਦੇ ਨੇ। ਸੋ ਹੁਣ ਆਪਾਂ ਦੇਖ ਲੈਂਦੇ ਆ ਕਿ ਕਿਹੜੇ ਕਿਹੜੇ ਫੈਕਟਰਸ ਨੇ। ਏਬਾਇਓਟਿਕ ਦੀ ਜੇ ਆਪਾਂ ਪਹਿਲਾਂ ਗੱਲ ਕਰੀਏ ਤਾਂ ਉਹਦੇ ਲੈਫਟ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਇਹ ਏਬਾਇਓਟਿਕ ਨੇ, ਤੇ ਰਾਈਟ ਸਾਈਡ ਵਾਲੇ ਇਹ ਤਿੰਨ ਜਿਹੜੇ ਟੇਬਲਸ ਨੇ ਇਹ ਰਿਲੇਟ ਕਰਦੇ ਨੇ ਬਾਇਓਟਿਕ ਨਾਲ। ਕਲਾਈਮੇਟ ਤੇ ਐਡਾਫਿਕ ਇਹ ਦੋ ਫੈਕਟਰ ਏਬਾਇਓਟਿਕ ਨੇ ਨਾਨ ਲਿਵਿੰਗ, ਪਰ ਇਹ ਆਪਣੇ ਈਕੋਸਿਸਟਮ এনवायरमेंट ਦੇ ਅੰਦਰ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਸੋ ਇਹਦੀ ਐਗਜ਼ਾਮਪਲ ਰੇਨ, ਟੈਂਪਰੇਚਰ, ਲਾਈਟ, ਵਿੰਡ, soil, pH, mineral, topography, ਇਹ ਸਾਰੀਆਂ ਚੀਜ਼ਾਂ ਰਿਲੇਟਡ ਨੇ ਐਡਾਫਿਕ। ਬਹੁਤ ਵਾਰੀ ਪੇਪਰਸ ਡਾਇਰੈਕਟਲੀ MCQ ਬਣ ਕੇ ਆਇਆ which of the following are edaphic factor। ਸੋ ਜੇ ਤੁਹਾਨੂੰ ਇਹ ਐਗਜ਼ਾਮਪਲਸ ਨਹੀਂ ਪਤਾ ਤਾਂ ਉੱਥੇ ਤੁਸੀਂ ਕਨਫਿਊਜ਼ ਹੋ ਜਾਓਗੇ। ਤੁਸੀਂ ਯਾਦ ਰੱਖਣਾ ਕਿ ਐਡਾਫਿਕ ਫੈਕਟਰ ਕਿਹੜੇ ਨੇ, ਕਲਾਈਮੈਟਿਕ ਫੈਕਟਰ ਕਿਹੜੇ ਨੇ। ਸੋ ਇਹ ਤਾਂ ਹੋ ਗਏ ਏਬਾਇਓਟਿਕ। ਹੁਣ ਰਾਈਟ ਸਾਈਡ ਤੇ ਆ ਜਾਓ ਲਿਵਿੰਗ ਵੱਲ। ਸਭ ਤੋਂ ਪਹਿਲਾਂ ਪ੍ਰੋਡਿਊਸਰ ਜੋ ਖਾਣਾ ਤਿਆਰ ਕਰਦੇ ਨੇ ਜਾਂ ਜਿਹੜੇ ਕਿਸੇ ਹੋਰ ਲਈ ਖਾਣਾ ਬਣਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਪ੍ਰੋਡਿਊਸਰ। ਦੂਜੇ ਪਾਸੇ ਆ ਗਏ ਕੰਜ਼ਿਊਮਰ, ਇਹਦੇ ਵਿੱਚ ਅਲੱਗ-ਅਲੱਗ ਕੈਟਾਗਰੀਜ਼ ਨੇ, ਅਲੱਗ-ਅਲੱਗ ਲੈਵਲ ਦੇ ਨੇ, ਜਿਹੜੇ ਪ੍ਰੋਡਿਊਸਰ ਤੇ ਡਿਪੈਂਡ ਕਰਦੇ ਨੇ ਜਾਂ ਕੁਝ ਕੰਜ਼ਿਊਮਰ ਆਪਸ ਦੇ ਵਿੱਚ ਇੱਕ ਦੂਜੇ ਨੂੰ ਵੀ ਖਾਂਦੇ ਨੇ। ਤੀਜੇ ਨੰਬਰ ਤੇ ਡੀਕੰਪੋਜ਼ਰ ਜਿਹਦੇ ਅੰਦਰ ਮਾਈਕਰੋ ਆਰਗੇਨਿਜ਼ਮ ਆਉਂਦੇ ਨੇ, ਸੈਪਰੋਟ੍ਰੋਫ ਆਉਂਦੇ ਨੇ। ਸੋ ਐਗਜ਼ਾਮਪਲ ਦੇਖ ਲਓ, ਗ੍ਰੀਨ ਪਲਾਂਟਸ ਜਿੰਨੇ ਵੀ ਆਟੋਟ੍ਰੋਫ ਨੇ ਜੋ ਆਪਦਾ ਖਾਣਾ ਆਪ ਬਣਾਉਂਦੇ ਨੇ ਉਹ ਨੇ ਪ੍ਰੋਡਿਊਸਰ। ਕੰਜ਼ਿਊਮਰ ਜਿਹੜੇ ਦੂਜੇ ਤੇ ਨਿਰਭਰ ਕਰਦੇ ਨੇ, ਬਣੀ ਬਣਾਈ ਚੀਜ਼ ਖਾਂਦੇ ਨੇ, ਉਹਦੇ ਅੰਦਰ ਪ੍ਰਾਇਮਰੀ ਆਉਂਦੇ ਨੇ, ਸੈਕੰਡਰੀ, ਟਰਸ਼ਰੀ, ਕੁਆਟਰਨਰੀ, ਹੈਟਰੋਟ੍ਰੋਫ। ਉਸ ਤੋਂ ਬਾਅਦ ਜਿਹੜੇ ਬੈਕਟੀਰੀਆ, ਫੰਜਾਈ, ਇਹ ਦੋ ਨੇ, ਇਹਨਾਂ ਨੂੰ ਆਪਾਂ ਕਹਿੰਦੇ ਆ ਸੈਪਰੋਟ੍ਰੋਫਸ। ਸੋ ਇਹ ਤਿੰਨ ਕੈਟਾਗਰੀਜ਼ ਵੀ ਤੁਸੀਂ ਯਾਦ ਰੱਖਣੀਆਂ ਨੇ, ਆਟੋਟ੍ਰੋਫ, ਹੈਟਰੋਟ੍ਰੋਫ, ਸੈਪਰੋਟ੍ਰੋਫ। ਨੈਕਸਟ ਸਭ ਤੋਂ ਇੰਪੋਰਟੈਂਟ ਚੀਜ਼ ਮੇਜਰ এনवायरमेंटल ਪ੍ਰੋਬਲਮ। ਇਹ ਮੈਂ ਲਿਸਟ ਤੁਹਾਨੂੰ ਇਸ ਲਈ ਪ੍ਰੋਵਾਈਡ ਕੀਤੀ ਹੈ ਸੋ ਦੈਟ ਕੋਈ ਵੀ ਸਟੂਡੈਂਟ ਜੋ PPSC PSSB ਪੇਪਰ ਦੀ ਤਿਆਰੀ ਕਰ ਰਿਹਾ ਇਹਨਾਂ ਦੇ ਵਿੱਚੋਂ ਕੋਈ ਵੀ ਕਨਸੈਪਟ ਤੁਹਾਡਾ ਮਿਸ ਨਹੀਂ ਹੋਣਾ ਚਾਹੀਦਾ। ਅੱਜ ਕੱਲ ਤੁਸੀਂ ਇੱਕ ਰੀਸੈਂਟ ਟ੍ਰੈਂਡ ਦੇਖਿਆ ਹੋਊਗਾ, ਹੁਣ PPSC ਵਾਲਾ ਟ੍ਰੈਂਡ PSSB ਨੇ ਵੀ ਫੋਲੋ ਕਰ ਲਿਆ, ਇਸ਼ੂਜ਼ ਨਾਲ ਰਿਲੇਟਡ ਕੁਐਸਚਨ ਪੁੱਛਣ ਲੱਗ ਗਏ, ਸਪੈਸ਼ਲੀ এনवायरमेंट ਇਸ਼ੂਜ਼। এনवायरमेंट ਇਸ਼ੂਜ਼ ਦੇ ਵਿੱਚ ਜੋ ਇਸ ਸਕਰੀਨ ਦੇ ਉੱਤੇ ਤੁਹਾਨੂੰ ਦਿਖ ਰਿਹਾ ਹੈ ਇਹ ਸਾਰੀਆਂ ਟਰਮਸ ਕਰੰਟ ਬੇਸਡ ਟਰਮਸ ਨੇ, ਇਹਨਾਂ ਨੂੰ ਹੀ এনवायरमेंट ਇਸ਼ੂਜ਼ ਕਿਹਾ ਜਾਂਦਾ। ਇਹ ਕਿੱਥੋਂ ਆਉਂਦੇ ਨੇ? ਐਜ਼ ਸੱਚ ਡਾਇਰੈਕਟਲੀ ਇਹਨਾਂ ਦਾ ਕੋਈ ਸਿਲੇਬਸ ਨਹੀਂ ਹੈ, ਕੋਈ ਰਿਸਟ੍ਰਿਕਟਿਡ ਸਿਲੇਬਸ ਨਹੀਂ ਹੈ। ਇਹ ਨਹੀਂ ਕਿ ਤੁਹਾਨੂੰ ਪੇਪਰ ਸਿਰਫ ਇਹਨਾਂ ਚੋਂ ਹੀ ਆਊਗਾ, ਹੋ ਸਕਦਾ ਉੱਥੇ ਤੁਹਾਨੂੰ ਕੋਈ ਹੋਰ এনवायरमेंट ਇਸ਼ੂ ਵੀ ਆ ਜਾਏ ਪਰ ਰਿਲੇਟਡ ਇਹਨਾਂ ਦੇ ਨਾਲ ਹੀ ਹੋਊਗਾ। ਇਹ ਸਾਰੀਆਂ ਉਹ ਟਰਮਸ ਨੇ ਜਿਹੜੀਆਂ ਕਰੰਟ ਅਫੇਅਰਸ ਚੋਂ ਨਿਕਲ ਕੇ ਆਉਂਦੀਆਂ ਨੇ, ਇਹਨਾਂ ਨੂੰ ਹੀ ਨਾਮ ਦੇ ਦਿੱਤਾ ਜਾਂਦਾ ਹੈ এনवायरमेंट ਇਸ਼ੂਜ਼ ਦਾ। ਸੋ ਇਹ ਨਹੀਂ ਕਿ ਸਿਰਫ ਤੁਸੀਂ ਕਰੰਟ ਅਫੇਅਰ ਹੀ ਕਰਦੇ ਜਾਣੇ ਨੇ, ਇੱਕ ਸਮਾਰਟ ਸਟੱਡੀ ਕਰਨੀ ਹੈ। ਤੇ ਇਹ ਵੀ ਨਹੀਂ ਬਿਲਕੁਲ ਹੀ ਤੁਸੀਂ ਮੇਨ ਸਬਜੈਕਟ ਨੂੰ ਛੱਡ ਦਿਓ, ਕਿਉਂਕਿ ਜਦੋਂ ਤੋਂ ਇਹ ਟ੍ਰੈਂਡ ਆਇਆ ਕਰੰਟ ਅਫੇਅਰ ਬੇਸਡ ਵਾਲਾ, ਕਾਫੀ ਸਾਰੇ ਸਟੂਡੈਂਟਸ ਨੂੰ ਇਹ ਡਾਊਟ ਹੋ ਜਾਂਦਾ ਕਿ ਹੁਣ ਕੀ ਸਾਨੂੰ ਥਿਊਰੀ ਪੜ੍ਹਨ ਦੀ ਜ਼ਰੂਰਤ ਹੈ ਜਾਂ ਸਿਰਫ ਅਸੀਂ ਕਰੰਟ ਅਫੇਅਰ ਕਰਕੇ ਚਲੇ ਜਾਈਏ। ਸੋ ਮੈਂ ਉਹੀ ਚੀਜ਼ ਉਰੇ ਕਲੀਅਰ ਕਰਨ ਲੱਗੀ ਹਾਂ, ਥਿਊਰੀ ਪਲੱਸ ਕਰੰਟ ਦੋਨੋਂ ਚੀਜ਼ਾਂ ਕਰਨੀਆਂ ਨੇ, ਕਿਉਂਕਿ ਜਦੋਂ ਸਟੇਟਮੈਂਟ ਬੇਸਡ ਕੁਐਸਚਨ ਆਉਂਦਾ ਤਾਂ ਉੱਥੇ ਇੱਕ ਸਟੇਟਮੈਂਟ ਤੁਹਾਡੀ ਇਹੀ ਥਿਊਰੀ ਚ ਆਊਗੀ, ਦੂਜੀ ਉੱਥੇ ਸਟੇਟਮੈਂਟ ਪਈ ਹੋਊਗੀ ਕਰੰਟ ਅਫੇਅਰ ਬੇਸਡ। ਸੋ ਤੁਹਾਨੂੰ ਕਨਸੈਪਟ ਵੀ ਪਤਾ ਹੋਣਾ ਚਾਹੀਦਾ, ਉਸ ਕਨਸੈਪਟ ਦੀ ਰੀਸੈਂਟ ਟਾਈਮਸ ਦੇ ਵਿੱਚ ਕਰੰਟ ਅਫੇਅਰਸ ਦੇ ਵਿੱਚ ਕਿੱਥੇ ਕੀ ਗੱਲ ਹੋਈ ਹੈ ਉਹ ਵੀ ਪਤਾ ਹੋਣੀ ਚਾਹੀਦੀ ਹੈ। ਸੋ ਇਹ ਸਾਰੇ ਜਿੰਨੀਆਂ ਵੀ ਟਰਮਸ ਨੇ ਇਹ ਪੇਪਰ ਲਈ ਤੁਸੀਂ ਤਿਆਰ ਕਰਕੇ ਜਾਣੀਆਂ ਨੇ। ਮੇਜਰ এনवायरमेंट ਪ੍ਰੋਬਲਮ ਜਿਵੇਂ ਫੂਡ ਸਪਲਾਈ ਪ੍ਰੋਬਲਮਸ ਅਲੱਗ ਤੋਂ ਨੇ, ਕਿਹੜੀਆਂ-ਕਿਹੜੀਆਂ ਨੇ, ਵਾਟਰ ਪੋਲਿਊਸ਼ਨ ਦੇ ਨਾਲ ਰਿਲੇਟਡ ਕਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ, 에ਅਰ ਪੋਲਿਊਸ਼ਨ ਦੇ ਨਾਲ ਕਿਹੜੀਆਂ ਆਉਂਦੀਆਂ ਨੇ, ਦੈਨ ਬਾਇਓਡਾਇਵਰਸਿਟੀ ਡਿਪਲੀਟ ਕਿਸ ਚੀਜ਼ ਨਾਲ ਹੁੰਦੀ ਹੈ, ਤੇ ਲਾਸਟ ਵਿੱਚ ਹੈ ਵੇਸਟ ਪ੍ਰੋਡਕਸ਼ਨ, ਸੋਲਿਡ ਵੇਸਟ ਮੈਨੇਜਮੈਂਟ, ਹੈਜ਼ਾਰਡੀਅਸ ਵੇਸਟ। ਸੋ ਇਹ ਸਾਰੀਆਂ ਬੇਸਿਕ ਤੇ ਇੰਪੋਰਟੈਂਟ এনवायरमेंट ਪ੍ਰੋਬਲਮਸ ਨੇ। ਲਾਸਟ ਤੇ ਹੁਣ ਆਪਾਂ ਆਲਮੋਸਟ 24 ਦੇ ਅਰਾਊਂਡ ਇੰਟਰਨੈਸ਼ਨਲ ਕਨਵੈਨਸ਼ਨ ਪ੍ਰੋਟੋਕਾਲ ਅਗਰੀਮੈਂਟਸ ਡਿਸਕਸ ਕਰਾਂਗੇ। ਜਿਹੜੇ ਇਹ ਅਗਰੀਮੈਂਟ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਇਹਨਾਂ ਦੀ ਤੁਹਾਨੂੰ ਫੁੱਲ ਫਾਰਮ ਵੀ ਪਤਾ ਹੋਣੀ ਚਾਹੀਦੀ ਹੈ
ਕਿਹੜੇ ਸਾਲ ਵਿੱਚ ਇਹਨਾਂ ਨੂੰ ਅਡਾਪਟ ਕੀਤਾ ਗਿਆ ਤੇ ਕਿਹੜੇ ਸੈਕਟਰੀਏਟ ਦੇ ਅੰਦਰ ਆਉਂਦੇ ਨੇ। ਇਹ ਤਿੰਨ ਚੀਜ਼ਾਂ ਪੇਪਰ ਦੇ ਲਈ ਤੁਹਾਡੇ ਟਿਪਸ ਤੇ ਹੋਣੀਆਂ ਚਾਹੀਦੀਆਂ ਨੇ। ਪਹਿਲੇ ਨੰਬਰ ਤੇ ਹੈ UNFCCC ਯੂਨਾਈਟਿਡ ਨੇਸ਼ਨ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ। ਯੂਨਾਈਟਿਡ ਨੇਸ਼ਨ ਸੈਕਟਰੀਏਟ ਦੇ ਦੁਆਰਾ ਲਾਂਚ ਕੀਤੀ ਗਈ। ਅਡਾਪਟ ਕਰਨ ਦੀ ਡੇਟ ਸੀ 1992। ਸੋ ਸਾਲ 1992 ਦੀ ਇੰਪੋਰਟੈਂਟ ਕਨਵੈਨਸ਼ਨ ਹੈ। ਦੂਜੇ ਨੰਬਰ ਤੇ ਆਉਂਦੀ ਹੈ ਕਿਓਟੋ ਪ੍ਰੋਟੋਕਾਲ। ਪੇਪਰ ਸਿੱਧਾ ਕੁਐਸਚਨ ਆਉਂਦਾ ਕਿ ਕਿਓਟੋ ਪ੍ਰੋਟੋਕਾਲ ਕਿਸ ਚੀਜ਼ ਨਾਲ ਰਿਲੇਟਡ ਹੈ। ਬਾਇਓਡਾਇਵਰਸਿਟੀ ਨਾਲ ਰਿਲੇਟਡ ਹੈ, ਓਜ਼ੋਨ ਨਾਲ, ਕਲਾਈਮੇਟ ਚੇਂਜ ਨਾਲ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿਓਟੋ ਪ੍ਰੋਟੋਕਾਲ ਹੈ ਕਲਾਈਮੇਟ ਚੇਂਜ ਦੇ ਨਾਲ ਰਿਲੇਟਡ। ਸੋ ਸਾਲ ਹੈ 1997, UN ਸੈਕਟਰੀਏਟ ਦੇ ਅੰਡਰ ਆਉਂਦੀ ਹੈ। ਤੀਜੇ ਨੰਬਰ ਤੇ ਇੰਪੋਰਟੈਂਟ ਆਉਂਦੀ ਹੈ ਵੀਨਾ ਕਨਵੈਨਸ਼ਨ। ਇਹ ਰਿਲੇਟਡ ਹੈ ਓਜ਼ੋਨ ਲੇਅਰ ਦੇ ਨਾਲ। 1985 ਯੂਨਾਈਟਿਡ ਨੇਸ਼ਨ ਐਨਵਾਇਰਨਮੈਂਟ ਪ੍ਰੋਗਰਾਮ। ਉਸ ਤੋਂ ਬਾਅਦ ਹੈ ਮੌਂਟਰੀਅਲ ਪ੍ਰੋਟੋਕਾਲ। ਇਹ ਗੱਲ ਕਰਦੀ ਹੈ ਕਿ ਜਿਹੜੀ ਓਜ਼ੋਨ ਲੇਅਰ ਖਤਮ ਹੁੰਦੀ ਜਾ ਰਹੀ ਹੈ, ਡਿਪਲੀਟ ਹੁੰਦੀ ਜਾ ਰਹੀ ਹੈ, ਕਲੋਰੋਫਲੋਰੋਕਾਰਬਨਸ ਦਾ ਜ਼ਿਆਦਾ ਇਸਤੇਮਾਲ ਹੋਣ ਕਰਕੇ, ਹਾਨੀਕਾਰਕ ਗੈਸਿਸ ਦਾ ਇਨਵਾਇਰਨਮੈਂਟ 'ਚ ਰਿਲੀਜ਼ ਹੋਣ ਕਰਕੇ ਉਸ ਚੀਜ਼ ਦੇ ਉੱਤੇ ਆਪਾਂ ਨੇ ਕਿਵੇਂ ਰੋਕ ਲਗਾਉਣੀ ਹੈ। 1987 'ਚ ਅਡਾਪਟ ਕੀਤੀ ਗਈ UNEP ਸੈਕਟਰੀਏਟ ਹੈ। ਸੋ ਇਹ ਪਹਿਲੀਆਂ ਚਾਰੋਂ ਤਾਂ ਬਿਲਕੁਲ ਵੀ ਮਿਸ ਕਰਨ ਵਾਲੀਆਂ ਨਹੀਂ, ਸਭ ਤੋਂ ਇੰਪੋਰਟੈਂਟ ਨੇ। ਤੇ ਇਹ ਸੀ ਵਾਤਾਵਰਣ ਨਾਲ ਰਿਲੇਟਡ ਐਟਮੋਸਫੇਅਰ ਕਨਵੈਨਸ਼ਨ। ਅਗਲੀਆਂ ਨੇ ਬਾਇਓਡਾਇਵਰਸਿਟੀ ਦੇ ਨਾਲ ਰਿਲੇਟਡ। ਥੀਸ ਆਰ ਆਲਸੋ ਵੈਰੀ ਇੰਪੋਰਟੈਂਟ। ਪਹਿਲੀ ਹੈ UNCBD ਕਨਵੈਨਸ਼ਨ ਔਨ ਬਾਇਓਡਾਇਵਰਸਿਟੀ, ਬਾਇਓਲੋਜੀਕਲ ਡਾਇਵਰਸਿਟੀ, ਤੇ ਇਹ ਰੀਸੈਂਟਲੀ ਇੱਕ PSSSB ਦੇ ਪੇਪਰ 'ਚ ਆ ਚੁੱਕਿਆ ਹੈ ਕਿ ਕਿਹੜੇ ਸਾਲ ਦੇ ਵਿੱਚ ਬਾਇਓਲੋਜੀਕਲ ਡਾਇਵਰਸਿਟੀ ਕਨਵੈਨਸ਼ਨ ਅਡਾਪਟ ਕੀਤੀ ਗਈ। ਸੋ ਸਾਲ ਹੈ 1992। ਅਗਲੀ ਹੈ ਕਾਰਟੇਜੀਨਾ ਪ੍ਰੋਟੋਕਾਲ। ਇਹ ਰਿਲੇਟਡ ਹੈ ਬਾਇਓ ਸੇਫਟੀ ਨੂੰ ਲੈ ਕੇ। ਸੋ ਇਸ ਟਾਈਪ ਦੇ ਜਿਹੜੇ ਡੀਪ ਵਾਲੇ ਕੁਐਸਚਨ ਨੇ PPSC ਜ਼ਰੂਰ ਦੇਖਣ ਨੂੰ ਮਿਲ ਜਾਂਦੇ ਨੇ। ਸਿੰਪਲ MCQ ਦੀ ਫਾਰਮ 'ਚ ਵੀ ਆ ਸਕਦੇ ਨੇ ਕਿ ਕਾਰਟੇਜੀਨਾ ਪ੍ਰੋਟੋਕਾਲ ਕਿਸ ਚੀਜ਼ ਨਾਲ ਡੀਲ ਕਰਦੀ ਹੈ। ਸੋ ਦਿਸ ਇਜ਼ ਰਿਲੇਟਡ ਟੂ ਬਾਇਓ ਸੇਫਟੀ। 2001 ਵਿੱਚ ਅਡਾਪਟ ਕੀਤੀ ਗਈ। ਅਗਲੀ ਹੈ ਸਾਈਟਸ। ਕਨਵੈਨਸ਼ਨ ਔਨ ਇੰਟਰਨੈਸ਼ਨਲ ਟ੍ਰੇਡ ਇਨ ਐਂਡੇਂਜਰਡ ਸਪੀਸੀਜ਼ 1973 UNEP। CMS Convention on Migratory Species 1979। Agreement on Convention of African Eurasian Migratory Waterbird 1995 UNEP। अगली है Agreement on Conservation of Bats in Europe, Eurobat भी इन्हें क्या जानता है as an acronym। 11वीं है Agreement on Conservation of Cetaceans of the Black Sea, Mediterranean Sea, Contiguous Atlantic Sea। ਕਿਹੜੇ ਤਿੰਨ ਸੀ ਆਉਂਦੇ ਨੇ ਇਸ ਅਗਰੀਮੈਂਟ 'ਚ, ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਸੋ ਇਹਦੀ ਸ਼ਾਰਟ ਫਾਰਮ ਹੈ ECOBAMS। ਇਹ ਬਹੁਤ ਵਾਰੀ ਪੇਪਰ ਦੇ ਵਿੱਚ ਇਹਦੀ ਫੁੱਲ ਫਾਰਮ ਪੁੱਛੀ ਗਈ ਹੈ। ਅਗਲਾ ਹੈ ਅਗਰੀਮੈਂਟ ਔਨ ਦ ਕੰਜ਼ਰਵੇਸ਼ਨ ਆਫ ਸੀਲਸ ਇਨ ਦ ਵਾਰਡਨ ਸੀ 1990। ਅਗਰੀਮੈਂਟ ਔਨ ਦ ਕੰਜ਼ਰਵੇਸ਼ਨ ਆਫ ਸਮਾਲ ਕੈਟੇਸ਼ੀਅਨਸ ਆਫ ਦ ਬਾਲਟਿਕ ਐਂਡ ਨਾਰਥ ਸੀ। ਰਾਮਸਰ ਕਨਵੈਨਸ਼ਨ ਵੈਰੀ ਇੰਪੋਰਟੈਂਟ, ਵੈਟਲੈਂਡਸ ਨਾਲ ਰਿਲੇਟਡ ਹੈ 1971 'ਚ। IUCN ਸੈਕਟਰੀਏਟ, this is important। World Heritage Convention, then International Coral Reef Initiative, Lusaka Agreement। ਇਹ ਡੀਲ ਕਰਦਾ ਲੁਸਾਕਾ ਅਗਰੀਮੈਂਟ ਕਿ ਜਿਹੜੇ ਵਾਈਲਡ ਫੌਨਾ ਫਲੋਰਾ ਨੇ, ਜਾਨਵਰ ਨੇ, ਉਹਨਾਂ ਦਾ ਕੋਈ ਇਲੀਗਲ ਟ੍ਰੇਡ ਨਾ ਕਰੇ। ਸੋ ਉਹਦੇ ਉੱਤੇ ਕੰਟਰੋਲ ਲਈ। ਇਹ ਸੀ ਬਾਇਓਡਾਇਵਰਸਿਟੀ ਰਿਲੇਟਡ। ਅਗਲੀਆਂ ਨੇ ਜਿਹੜੀਆਂ 4-5 ਉਹ ਨੇ ਕੈਮੀਕਲ ਤੇ ਹੈਜ਼ਾਰਡੀਅਸ ਵੇਸਟ ਨੂੰ ਕੰਟਰੋਲ ਕਰਨ ਵਾਲੀਆਂ ਕਨਵੈਨਸ਼ਨ, ਜਿਹਦੇ ਵਿੱਚੋਂ ਸਭ ਤੋਂ ਜ਼ਰੂਰੀ ਦੀ ਹੈ 1989 ਦੀ ਬੇਜ਼ਲ ਕਨਵੈਨਸ਼ਨ। ਟਰਾਂਸ ਬਾਉਂਡਰੀ ਮੂਵਮੈਂਟ ਦੇ ਉੱਤੇ ਰੋਕ ਲਗਾਉਂਦੀ ਹੈ ਆਫ ਹੈਜ਼ਾਰਡੀਅਸ ਵੇਸਟ ਤੇ ਉਹਨਾਂ ਦਾ ਡਿਸਪੋਜ਼ਲ। ਨੈਕਸਟ ਬੇਜ਼ਲ ਬੈਨ ਅਮੈਂਡਮੈਂਟ, ਬੇਜ਼ਲ ਪ੍ਰੋਟੋਕਾਲ ਔਨ ਲਾਇਬਿਲਿਟੀ ਐਂਡ ਕੰਪਨਸੇਸ਼ਨ, ਰੋਟਰਡੈਮ ਕਨਵੈਨਸ਼ਨ ਵੈਰੀ ਇੰਪੋਰਟੈਂਟ। ਇਹ ਵੀ ਕੈਮੀਕਲਸ, ਪੈਸਟੀਸਾਈਡਸ, ਇਹਨਾਂ ਦੇ ਇੰਟਰਨੈਸ਼ਨਲ ਟ੍ਰੇਡ ਦੇ ਲਈ ਕਿਹੜੇ ਪ੍ਰਿੰਸੀਪਲ ਫੋਲੋ ਕਰਨੇ ਨੇ, ਕਿਹੜੇ ਰੂਲਸ ਦੇ ਅਕੋਰਡਿੰਗ ਹੋਊਗਾ, ਉਹ ਚੀਜ਼ ਨਾਲ ਡੀਲ ਕਰਦੀ ਹੈ 1998 ਦੀ। ਲਾਸਟ ਹੈ ਇਸ ਹੈਡ ਦੇ ਅੰਦਰ ਫਿਊਚਰ ਸਟਾਕਹੋਮ ਕਨਵੈਨਸ਼ਨ ਔਨ ਪਰਸਿਸਟੈਂਟ ਆਰਗੈਨਿਕ ਪੋਲਿਊਟੈਂਟ। ਉਸ ਤੋਂ ਬਾਅਦ ਚੌਥੇ ਨੰਬਰ ਤੇ ਨੇ ਰੀਜਨਲ ਸੀ ਕਨਵੈਨਸ਼ਨ ਤੇ ਰਿਲੇਟਡ ਅਗਰੀਮੈਂਟ। ਇਹਦੇ ਅੰਦਰ 2 UNEP ਦੀਆਂ ਨੇ, ਇੱਕ ਹੈ 1995 ਦੀ, ਦੂਜੀ ਹੈ 76 ਦੀ। ਬਾਰਸੀਲੋਨਾ ਕਨਵੈਨਸ਼ਨ ਹੈ ਤੇ ਪਹਿਲੀ ਹੈ ਗਲੋਬਲ ਪ੍ਰੋਗਰਾਮ ਆਫ ਐਕਸ਼ਨ ਫॉर ਪ੍ਰੋਟੈਕਸ਼ਨ ਆਫ ਮੈਰੀਨ environment from land based activity। So this was all about today's important session। ਤੇ ਕੋਈ ਵੀ ਸਟੂਡੈਂਟ I personally suggest ਕਿ ਇਸ ਲੈਕਚਰ ਨੂੰ ਮਿਸ ਨਾ ਕਰੇ, ਕਿਉਂਕਿ ਜੇ ਤੁਸੀਂ ਇਹ ਪੂਰਾ ਲੈਕਚਰ ਦੇਖ ਲਿਆ I am sure ਕਿ ਪੇਪਰ ਦੇ ਵਿੱਚ ਜੇ ਉੱਥੇ 5 environment ਦੇ ਕੁਐਸਚਨ ਨੇ, ਤੁਹਾਡੇ 3-4 definitely ਠੀਕ ਹੋਣ ਵਾਲੇ ਨੇ। So that's all for today। Thank you and good luck।